के लुधियाना ਦੇ ਇੱਕ ਤੁਹਾਨੂੰ ਨੌਜਵਾਨ ਨਾਲ ਮਿਲਾਵਾਂਗੇ ਜਿਹੜਾ ਕਿ ਸਾਈਕਲ ਤੇ ਜਾ ਕੇ ਫੂਡ ਸਪਲਾਈ ਦਾ ਕੰਮ ਕਰਦਾ, ਲੋਕਾਂ ਦੇ ਘਰ ਜਾ ਕੇ ਖਾਣਾ ਦਿੰਦਾ ਆ। ज़्यादातर ਜਿਹੜੇ ਨੌਜਵਾਨ ਆ ਜਿਹੜੇ ਕੰਮ ਵੀ ਕਰਦੇ ਨੇ, ਜਿਵੇਂ ਫੂਡ ਸਪਲਾਈ ਦਾ ਕੰਮ ਕਰਦੇ, ਲੋਕਾਂ ਦੇ ਘਰੇ ਖਾਣਾ ਦਿੰਦੇ, ज़्यादातर ਉਹ ਮੋਟਰਸਾਈਕਲ 'ਤੇ ਜਾਂਦੇ ਨੇ। ਤੁਸੀਂ ਜਾਂਦੇ ਹੋ ਸਾਈਕਲ 'ਤੇ, ਕਦੀ ਮਨ ਦੇ ਵਿੱਚ ਨਹੀਂ ਆਇਆ ਵੀ ਮੈਂ ਸਾਈਕਲ 'ਤੇ ਜਾ ਰਿਹਾ? ਪੜ੍ਹਾਈ ਵੀ ਕਰਦੇ ਹੋ ਨਾਲ ਨਾਲ, ਕਿ ਮੇਨ ਕਾਰਨ ਕੀ ਜ਼ਰੂਰਤ ਕਿਉਂ ਪੈ ਗਈ, ਘਰ ਦੇ ਹਾਲਾਤ ਜਾਂ ਕੁਛ ਕੀ ਤੁਹਾਡੇ ਮਨ ਦੇ ਵਿੱਚ ਕੀ ਹੈ? ਬਾਈਕ ਜੋਗੇ ਤਾਂ ਮੇਰੇ ਕੋਲ ਪੈਸੇ ਉਹਨੇ ਹੈ ਨਹੀਂ ਸੀਗੇ ਕਿ ਮੈਂ ਆਪਣੀ ਬਾਈਕ ਅਫੋਰਡ ਕਰ ਸਕਾਂ ਅਤੇ ਘਰਦਿਆਂ ਨੂੰ ਵੀ ਕਹਿ ਸਕਾਂ ਕਿ ਮੈਨੂੰ ਬਾਈਕ ਲੈ ਦਿਓ, ਮੈਂ ਫੂਡ ਡਿਲੀਵਰੀ ਕਰਨੀ ਹੈ। ਅਤੇ ਇਹ ਤਾਂ ਮਤਲਬ ਬਹੁਤ ਮੁਸ਼ਕਿਲ ਸੀਗਾ ਕਹਿਣਾ ਵੀ, ਫਿਰ ਮੈਂ ਆਪੇ ਹੀ ਅਰੇਂਜਮੈਂਟ ਕੀਤੀ। ਜਿਵੇਂ ਤੁਸੀਂ ਸਾਈਕਲ ਚਲਾਉਂਦੇ ਹੋ, ਰੋਜ਼ ਲੋਕਾਂ ਦੇ ਘਰੇ ਤੁਸੀਂ ਜਾਂਦੇ ਹੋ, ਕਦੀ ਲੇਟ ਹੋ ਜਾਂਦੇ ਹੋਵੋਗੇ ਜਾਂ ਕੁਝ ਲੋਕ ਤੁਹਾਨੂੰ ਕਹਿੰਦੇ ਹੋਣੇ ਕਿ ਤੁਸੀਂ ਲੇਟ ਹੋ ਗਏ, ਕੁਝ ਇੱਦਾਂ ਦਾ ਕੋਈ ਹੋਇਆ ਤੁਹਾਡੇ ਨਾਲ ਕਦੇ? ਪਹਿਲੇ 1 ਮਹੀਨੇ ਤਾਂ ਮੈਂ ਬਹੁਤ ਮਨ ਲਗਾ ਕੇ ਕੰਮ ਕੀਤਾ, ਫਿਰ ਧੀਰੇ ਧੀਰੇ ਮੈਨੂੰ ਹੋਰ ਕੌਨਫੀਡੈਂਸ ਮਿਲਣ ਲੱਗ ਗਿਆ। ਜਿੱਦਾਂ ਲੋਕ ਮੈਨੂੰ ਉਤਸ਼ਾਹ ਕਰ ਰਹੇ ਸੀ, ਲੋਕਾਂ ਨੇ ਡਿਸਰਿਸਪੈਕਟ ਤਾਂ ਕਦੇ ਵੀ ਨਹੀਂ ਕੀਤੀ, ਬਲਕਿ ਉਲਟਾ ਕੌਨਫੀਡੈਂਸ ਹੀ ਦਿੱਤਾ ਕਿ ਪੁੱਤ ਜਿਹੜਾ ਕੰਮ ਤੂੰ ਕਰ ਰਿਹਾ ਉਹ ਵਧੀਆ ਕਰ ਰਿਹਾ। ਬਾਈਕ ਲਈ ਵੈਸੇ ਪੈਸੇ ਇਕੱਠੇ ਕਰ ਰਹੇ ਹੋ? ਵੈਸੇ ਨਾਲ ਪੜ੍ਹਾਈ ਦੇ, ਜਿਵੇਂ ਤੁਸੀਂ ਹੁਣੇ ਕਿਹਾ ਨਾ ਵੀ ਬਾਈਕ ਦੇ ਵੀ ਚਲੋ ਪੈਸੇ ਇਕੱਠੇ ਕਰ ਰਹੇ ਹੋ। ਹੁਣ ਤਾਂ ਬਾਈਕ ਦਾ ਵੀ ਨਹੀਂ, ਹੁਣ ਤਾਂ ਮੈਂ ਗੱਡੀ ਹੀ ਲੈਣੀ ਹੈ ਸਿੱਧਾ, ਡਾਇਰੈਕਟ ਬਾਈਕ ਵੀ ਨਹੀਂ ਲੈਣੀ, ਸਿੱਧਾ ਗੱਡੀ ਹੀ ਲੈਣੀ ਹੈ। ਮੈਂ ਜਿਹੜਾ ਆਪਣਾ ਆਈਡੀਅਲ ਬਣਾਇਆ ਉਹ ਤੁਹਾਨੂੰ ਪਤਾ ਹੈ, ਮੈਂ ਐਲਨ ਮਸਕ ਨਾਮ ਸੁਣਿਆ ਹੀ ਹੋਗਾ, ਟੈਸਲਾ ਦੇ CEO, ਉਹ ਮੇਰੇ ਆਈਡਲ ਨੇ। ਮਜ਼ਦੂਰਾਂ ਨੂੰ ਵੀ ਦੇਖ ਲਓ, ਮਜ਼ਦੂਰਾਂ ਨੂੰ ਬਹੁਤ ਘੱਟ ਬਿਮਾਰੀਆਂ ਹੁੰਦੀਆਂ ਕਿਉਂਕਿ ਉਹ ਆਪਣਾ ਸਾਰਾ ਦਿਨ ਮਿਹਨਤ ਦੇ ਵਿੱਚ ਲਾਉਂਦੇ ਨੇ। ਉਹਨਾਂ ਦੀ ਬੋਡੀ ਇਸ ਕਰਕੇ ਇਸ ਇਨਵਾਇਰਮੈਂਟ ਨੂੰ ਅਡੈਪਟ ਕਰ ਲੈਂਦੀ ਹੈ ਕਿ ਇਹ ਜਿੰਨੇ ਵੀ ਬਾਹਰ ਦੇ ਮਤਲਬ ਬਿਮਾਰੀਆਂ ਨੇ ਉਹਨਾਂ ਨੂੰ ਛੂ ਹੀ ਨਹੀਂ ਸਕਦੀ। ਇਸ ਕਰਕੇ ਮੈਂ ਉਹਨਾਂ ਤੋਂ ਵੀ ਇੰਸਪਾਇਰ ਹੋਇਆ ਕਿ ਹਾਂ ਬਈ ਜਦ ਇਹ ਲੋਕ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ। ਜੇਕਰ ਇਨਸਾਨ ਕੁਝ ਕਰਨਾ ਚਾਹਵੇ ਤਾਂ ਕੀ ਨਹੀਂ ਕਰ ਸਕਦਾ। ਹੌਸਲਾ ਤੇ ਹਿੰਮਤ ਹੋਣਾ ਬਹੁਤ ਜ਼ਰੂਰੀ ਹੈ। ਇसी ਚੀਜ਼ ਨੂੰ ਲੈ ਕੇ ਲੁਧਿਆਣਾ ਦੇ ਇੱਕ ਤੁਹਾਨੂੰ ਨੌਜਵਾਨ ਨਾਲ ਮਿਲਾਵਾਂਗੇ ਜਿਹੜਾ ਕਿ ਸਾਈਕਲ ਤੇ ਜਾ ਕੇ ਫੂਡ ਸਪਲਾਈ ਦਾ ਕੰਮ ਕਰਦਾ, ਲੋਕਾਂ ਦੇ ਘਰ ਜਾ ਕੇ ਖਾਣਾ ਦਿੰਦਾ ਹੈ। ਨੌਜਵਾਨ ਸਾਡੇ ਨਾਲ ਮੌਜੂਦ ਹੈ, ਸਮੀਰ ਨਾਂ ਦਾ ਨੌਜਵਾਨ ਆ। ਭਾਜੀ ਕਿੰਨੀ ਚਿਰ ਤੋਂ ਕੰਮ ਕਰਦੇ ਹੋ? ਪਹਿਲਾਂ ਇਹ ਸਵਾਲ ਹੈ। ਇਹ ਕੰਮ ਕਰਦੇ ਕਰਦੇ ਮੈਨੂੰ 2 ਮਹੀਨੇ ਹੋ ਗਏ। ਹੁਣ 2 ਮਹੀਨੇ ਤੋਂ ਮੈਂ ਇਹ ਕੰਮ ਕਰ ਰਿਹਾ, ਫੂਡ ਡਿਲੀਵਰੀ ਦਾ, ਲੋਕਾਂ ਦੇ ਘਰ ਖਾਣਾ ਪਹੁੰਚਾਉਣ ਦਾ। ਬਹੁਤ ਮਤਲਬ ਕੰਮ 'ਚ ਆਨੰਦ ਵੀ ਆ ਰਿਹਾ ਹੈ ਅਤੇ ਇੱਕ ਨਵਾਂ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਕਿ ਹਾਂ ਨਵੀਂ ਜਗ੍ਹਾ 'ਤੇ ਤੁਸੀਂ ਸਾਈਕਲ 'ਤੇ ਹੀ ਜਾ ਰਹੇ ਹੋ, ਤੁਹਾਡੀ ਜ਼ਿਆਦਾ ਕੋਈ ਇਨਵੈਸਟਮੈਂਟ ਵੀ ਨਹੀਂ ਲੱਗ ਰਹੀ। ਇਹ ਸਭ ਸਿੱਖਣ ਨੂੰ ਮਿਲ ਰਿਹਾ। ਅਤੇ ਸਾਈਕਲ ਤੁਸੀਂ ਜਾਂਦੇ ਹੋ, ਜ਼ਿਆਦਾਤਰ ਜਿਹੜੇ ਨੌਜਵਾਨ ਆ ਜਿਹੜੇ ਕੰਮ ਵੀ ਕਰਦੇ ਨੇ, ਜਿਵੇਂ ਫੂਡ ਸਪਲਾਈ ਦਾ ਕੰਮ ਕਰਦੇ, ਲੋਕਾਂ ਦੇ ਘਰੇ ਖਾਣਾ ਦਿੰਦੇ, ਜ਼ਿਆਦਾਤਰ ਉਹ ਮੋਟਰਸਾਈਕਲ 'ਤੇ ਜਾਂਦੇ ਨੇ। ਤੁਸੀਂ ਜਾਂਦੇ ਹੋ ਸਾਈਕਲ 'ਤੇ, ਕਦੀ ਮਨ ਦੇ ਵਿੱਚ ਨਹੀਂ ਆਇਆ ਵੀ ਮੈਂ ਸਾਈਕਲ 'ਤੇ ਜਾ ਰਿਹਾ? ਮਨ ਦੇ ਵਿੱਚ ਤਾਂ ਉੱਦਾਂ ਵੀ ਨਹੀਂ ਆਈ ਕਿਉਂਕਿ ਮੈਂ ਪਹਿਲਾਂ ਚੋਇਸ ਹੀ ਮੇਰੀ ਸਾਈਕਲ ਸੀਗੀ, ਕਿਉਂਕਿ ਮੈਂ ਦੇਖਿਆ ਕਿ ਬਾਈਕ ਜੋਗੇ ਤਾਂ ਮੇਰੇ ਕੋਲ ਪੈਸੇ ਉਹਨੇ ਹੈ ਨਹੀਂ ਸੀਗੇ ਕਿ ਮੈਂ ਆਪਣੀ ਬਾਈਕ ਅਫੋਰਡ ਕਰ ਸਕਾਂ ਅਤੇ ਘਰਦਿਆਂ ਨੂੰ ਵੀ ਕਹਿ ਸਕਾਂ ਕਿ ਮੈਨੂੰ ਬਾਈਕ ਲੈ ਦਿਓ, ਮੈਂ ਫੂਡ ਡਿਲੀਵਰੀ ਕਰਨੀ ਹੈ। ਅਤੇ ਇਹ ਤਾਂ ਮਤਲਬ ਬਹੁਤ ਮੁਸ਼ਕਿਲ ਸੀਗਾ ਕਹਿਣਾ ਵੀ, ਫਿਰ ਮੈਂ ਆਪੇ ਹੀ ਅਰੇਂਜਮੈਂਟ ਕੀਤੀ। ਦੇਖਿਆ ਕਿ ਹਾਂ ਸਾਈਕਲ ਜੋਗੇ ਤਾਂ ਪੈਸੇ ਮੈਂ ਕਰ ਹੀ ਸਕਦਾ। ਫਿਰ ਸਾਈਕਲ ਜੋਗੇ ਮੈਂ ਪੈਸੇ ਜੁਟਾਏ ਅਤੇ ਜਲਦੀ ਤੋਂ ਜਲਦੀ ਆਪਣੇ ਮਾਪਿਆਂ ਦਾ ਬਰਡਨ ਜਿਹੜਾ ਸੀਗਾ, ਬੋਝ ਹਲਕਾ ਕਰਨ ਦੀ ਸੋਚੀ। ਮੈਂ ਫਿਰ ਫੂਡ ਡਿਲੀਵਰੀ ਦਾ ਕੰਮ ਜੁਆਇਨ ਕੀਤਾ ਸਾਈਕਲ 'ਤੇ। ਉਹ ਵੀ ਪਹਿਲਾਂ ਤਾਂ ਮੈਂ ਜ਼ੋਮੈਟੋ 'ਤੇ ਅਪਲਾਈ ਕਰਨਾ ਚਾਹੁੰਦਾ ਸੀ। ਜ਼ੋਮੈਟੋ 'ਤੇ ਇਹ ਜੋਬ ਅਵੇਲੇਬਲ ਸੀਗੀ ਲੇਕਿਨ ਉਹਨਾਂ ਨੇ ਹਟਾਤੀ ਸੀਗੀ ਕੁਝ ਟਾਈਮ ਪਹਿਲਾਂ ਹੀ, ਤਾਂ ਉਹ ਬਾਈਕ ਰਾਈਡਿੰਗ ਹੀ ਅਵੇਲੇਬਲ ਸੀਗੀ ਉੱਧਰ। ਫਿਰ ਮੈਂ ਉਸ ਤੋਂ ਹਟ ਕੇ ਮੈਂ ਕਿਹਾ ਕੋਈ ਨਹੀਂ, ਹੁਣ ਦੂਸਰੇ ਪਲੇਟਫਾਰਮ 'ਚ ਅਪਲਾਈ ਕਰੀਏ। ਅਤੇ ਫਿਰ ਦੂਸਰੇ ਪਲੇਟਫਾਰਮ 'ਚ ਮੈਂ ਸਵੀਗੀ ਦੇ ਬਾਰੇ ਪਤਾ ਲੱਗਿਆ, ਸਵੀਗੀ 'ਚ ਮੈਂ ਅਪਲਾਈ ਕੀਤਾ। ਉਹ 'ਚ ਸਾਈਕਲ ID ਮੇਰੀ ਬਣ ਗਈ। ਬਸ ਕੁਝ 300 ਰੁਪਏ ਉਹਨਾਂ ਨੇ ਮੇਰੇ ਤੋਂ ਸਿਕਿਉਰਿਟੀ ਡਿਪੋਜ਼ਿਟ ਲਿਆ, ਜਿਹਦੇ ਵਿੱਚ ਮੇਰਾ ਬੈਗ ਅਤੇ ਯੂਨੀਫਾਰਮ ਆਈ। ਅਤੇ ਅਗਲੇ 1-2 ਦਿਨ ਵਿੱਚ ਮੇਰਾ ਬੈਗ ਅਤੇ ਯੂਨੀਫਾਰਮ ਵੀ ਆ ਗਿਆ। ਉਸ ਦਿਨ ਤੋਂ ਮੈਂ ਆਪਣਾ ਸਟਾਰਟ ਹੋ ਗਿਆ ਪੂਰੀ ਐਕਸਾਈਟਮੈਂਟ ਦੇ ਨਾਲ ਕਿ ਹਾਂ ਬਈ ਅੱਜ ਕੁਝ ਨਵਾਂ ਸਿੱਖਣ ਨੂੰ ਮਿਲੇਗਾ, ਨਈ ਜਗ੍ਹਾ 'ਤੇ ਜਾਵਾਂਗੇ, ਨਵਾਂ ਕੰਮ ਕਰਾਂਗੇ। ਜਿਸ ਦੇ ਨਾਲ ਮੈਂ ਪੂਰੀ ਮਨ ਲਗਾ ਕੇ ਉਹ ਕੰਮ ਕੀਤਾ। ਅਤੇ ਪਹਿਲੇ 1 ਮਹੀਨੇ ਤਾਂ ਮੈਂ ਬਹੁਤ ਮਨ ਲਗਾ ਕੇ ਕੰਮ ਕੀਤਾ, ਫਿਰ ਧੀਰੇ ਧੀਰੇ ਮੈਨੂੰ ਹੋਰ ਕੌਨਫੀਡੈਂਸ ਮਿਲਣ ਲੱਗ ਗਿਆ। ਜਿੱਦਾਂ ਲੋਕ ਮੈਨੂੰ ਉਤਸ਼ਾਹ ਕਰ ਰਹੇ ਸੀ, ਲੋਕਾਂ ਨੇ ਡਿਸਰਿਸਪੈਕਟ ਤਾਂ ਕਦੇ ਵੀ ਨਹੀਂ ਕੀਤੀ, ਬਲਕਿ ਉਲਟਾ ਕੌਨਫੀਡੈਂਸ ਹੀ ਦਿੱਤਾ ਕਿ ਪੁੱਤ ਜਿਹੜਾ ਕੰਮ ਤੂੰ ਕਰ ਰਿਹਾ ਉਹ ਵਧੀਆ ਕਰ ਰਿਹਾ।
ਸਮੀਰ ਲੋੜ ਕਿਉਂ ਪੈ ਗਈ ਹੈ ਇੱਦਾਂ ਦੀ, ਜਿਵੇਂ ਸਾਈਕਲ ਤੇ ਜਾ ਕੇ ਜਿਵੇਂ ਤੁਸੀਂ ਪੜ੍ਹਾਈ ਵੀ ਕਰਦੇ ਹੋ ਪੜ੍ਹਾਈ ਵੀ ਕਰਦੇ ਹੋ ਨਾਲ ਨਾਲ, ਕੀ ਮੇਨ ਕਾਰਨ ਕੀ ਜ਼ਰੂਰਤ ਕਿਉਂ ਪੈ ਗਈ, ਘਰ ਦੇ ਹਾਲਾਤ ਜਾਂ ਕੁਛ, ਕੀ ਤੁਹਾਡੇ ਮਨ ਦੇ ਵਿੱਚ ਕੀ ਹੈ? ਮਨ ਦੇ ਵਿੱਚ ਮੇਰੇ ਇਹੀ ਆਇਆ ਸੀ ਕਿ ਪਹਿਲਾਂ ਤਾਂ ਆਪਣੇ ਮਾਪਿਆਂ ਦਾ ਜਿਹੜਾ ਬਰਡਨ ਹੈ ਉਹ ਘੱਟ ਕਰੀਏ, ਕਿਉਂਕਿ ਮੈਂ ਰੋਜ਼ ਦੇਖਦਾ ਸੀ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਥੱਕੇ ਹਾਰੇ ਆਉਂਦੇ ਸੀ ਪੂਰਾ ਦਿਨ ਲਾ ਕੇ ਆਪਣਾ ਕੰਮ ਕਰਨ ਤੋਂ ਬਾਅਦ, ਫਿਰ ਜਿਹੜਾ ਕਿ ਮੈਨੂੰ ਬਹੁਤ ਨਿਰਾਸ਼ਾ ਪੈਦਾ ਕਰ ਦਿੰਦਾ ਸੀ ਕਿ ਅੰਦਰ ਕਿ ਹਾਂ ਬਈ ਉਹ ਕਿੰਨਾ ਕੁਝ ਕਰਦੇ ਨੇ ਸਾਡੇ ਵਾਸਤੇ, ਲੇਕਿਨ ਫਿਰ ਵੀ ਉਹਨਾਂ ਕੁਝ ਨਹੀਂ ਅਫੋਰਡ ਕਰ ਸਕਦੇ ਜਿਹੜੇ ਅਸੀਂ ਚਾਹੁੰਦੇ ਨੇ, ਲੇਕਿਨ ਫਿਰ ਵੀ ਉਹ ਪੂਰੀ ਇੱਛਾ ਆਪਣੇ ਪਰਿਵਾਰ ਦੀ ਬੇਸਿਕ ਨੀਡਸ ਤਾਂ ਪੂਰੀ ਕਰ ਦਿੰਦੇ ਨੇ। ਅੱਛਾ, ਜੇ ਗੱਲ ਕਰੀਏ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੋਈ ਜਾਂ ਕਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ ਇਸ ਟਾਈਮ? ਮੈਂ ਆਪਣੇ ਪੜ੍ਹਾਈ ਬੀ ਫਾਰਮੇਸੀ ਦਾ ਕੋਰਸ ਮੈਂ ਹੁਣ PCT ਕਾਲਜ ਦੇ ਵਿੱਚ ਕਰ ਰਿਹਾ ਆਪਣੇ, ਮੈਨੂੰ ਫਸਟ ਈਅਰ ਹੋ ਗਿਆ, ਪਹਿਲਾ ਸਾਲ, ਅਤੇ ਮੈਂ ਇਹ ਪੜ੍ਹਾਈ ਕਰਦੇ ਕਰਦੇ ਮੇਰਾ ਇੰਟਰਸਟ ਸੀਗਾ ਸਾਇੰਸ ਦੀ ਫੀਲਡ ਦੇ ਵਿੱਚ, ਅਤੇ ਇਸ ਕਰਕੇ ਮੈਂ ਇਹ ਫੀਲਡ 'ਚ। ਚਲੋ ਚੰਗੀ ਗੱਲ ਹੈ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੰਮ ਵੀ ਕਰਦੇ ਹੋ। ਜਿਹੜੇ ਨੌਜਵਾਨ ਜਿਹੜੇ ਤੁਹਾਡੇ ਨਾਲ ਤੁਹਾਡੇ ਵੀ ਹੈਗੇ ਸਕੂਲ ਦੇ ਵਿੱਚ ਪੜ੍ਹਦੇ ਹੋਣੇ ਆ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਜਦੋਂ ਤੁਸੀਂ ਜਾਂਦੇ ਹੋ ਤਾਂ ਉਹਨਾਂ ਨੂੰ ਦੱਸਿਆ ਵੀ ਮੈਂ ਕੰਮ ਕਰਦਾ, ਕਿ ਉਹ ਤੁਹਾਨੂੰ ਕੀ ਹਿੰਮਤ ਹੌਸਲਾ ਦਿੰਦੇ ਨੇ ਤੁਹਾਨੂੰ? ਫਿਰ ਮੈਂ ਕਹਿੰਦਾ ਦੋਸਤਾਂ ਨੇ ਤਾਂ ਕੁਝ ਜ਼ਿਆਦਾ ਹੀ ਹਿੰਮਤ ਹੌਸਲਾ ਦਿੱਤਾ ਸੀ, ਕਿਉਂਕਿ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਕਿ ਮੇਰਾ ਇੰਨਾ ਫਾਈਨੈਂਸ਼ੀਅਲ ਬੈਕਗਰਾਊਂਡ ਵਧੀਆ ਹੈ ਨਹੀਂ, ਇੰਨਾ ਸਟਰੋਂਗ ਵੀ ਨਹੀਂ ਹੈ ਕਿ ਮੈਂ ਆਪਣਾ ਮਤਲਬ ਜੋ ਚਾਹਾਂ ਕਿ ਹਾਂ ਬਈ ਗੱਡੀਆਂ ਲੈ ਲਾਂ ਜਾਂ ਫਿਰ ਬਾਈਕ ਲੈ ਲਾਂ, ਕਿ ਹਾਂ ਬਈ ਜਿੱਥੇ ਮੈਂ ਫੂਡ ਡਿਲੀਵਰੀ ਕਰ ਸਕਾਂ। ਫਿਰ ਮੈਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਤੋਂ ਵੀ ਸਲਾਹ ਲਿੱਤੀ ਕਿ ਹਾਂ ਬਈ ਮੈਂ ਇੱਦਾਂ ਫੂਡ ਡਿਲੀਵਰੀ ਸਾਈਕਲ 'ਤੇ ਕਰ ਰਿਹਾ, ਉਹਨਾਂ ਨੇ ਵੀ ਮੈਨੂੰ ਕੌਨਫੀਡੈਂਸ ਦਿੱਤਾ ਕੋਈ ਗੱਲ ਨਹੀਂ, ਧੀਰੇ ਧੀਰੇ ਤੂੰ ਬਾਈਕ ਜੋਗੇ ਵੀ ਪੈਸੇ ਇਕੱਠੇ ਕਰ ਲੇਗਾ, ਹਰ ਚੀਜ਼ ਤੇਰੀ ਇੱਛਾ ਪੂਰੀ ਹੋ ਜਾਊਗੀ, ਤੂੰ ਮਨ ਲਾ ਕੇ ਜਿਹੜਾ ਵੀ ਕੰਮ ਕਰਨਾ ਕਰ। ਇਸ ਕਰਕੇ ਮੈਂ ਇਹ। ਵੈਸੇ ਤੁਸੀਂ ਕਿਹਾ ਬਾਈਕ ਦੀ ਗੱਲ ਕੀਤੀ, ਬਾਈਕ ਲਈ ਵੈਸੇ ਪੈਸੇ ਇਕੱਠੇ ਕਰ ਰਹੇ ਹੋ ਵੈਸੇ ਨਾਲ ਪੜ੍ਹਾਈ ਦੇ, ਜਿਵੇਂ ਤੁਸੀਂ ਹੁਣੇ ਕਹਿਣਾ ਵੀ ਬਾਈਕ ਦੀ ਵੀ ਚਲੋ ਪੈਸੇ ਇਕੱਠੇ ਕਰ ਰਿਹਾ ਮੈਂ? ਹੁਣ ਤਾਂ ਬਾਈਕ ਦਾ ਵੀ ਨਹੀਂ, ਹੁਣ ਤਾਂ ਮੈਂ ਗੱਡੀ ਹੀ ਲੈਣੀ ਹੈ ਸਿੱਧਾ, ਡਾਇਰੈਕਟ ਬਾਈਕ ਵੀ ਨਹੀਂ ਲੈਣੀ, ਸਿੱਧਾ ਗੱਡੀ ਹੀ ਲੈਣੀ ਹੈ ਆਪਾਂ। ਹੁਣ ਮਤਲਬ ਬਿਜ਼ਨਸ ਹੀ ਸਟਾਰਟ ਕਰਨਾ ਆਪਣਾ ਹੁਣ, ਕਿਉਂਕਿ ਪਤਾ ਹੈ ਕਿ ਜੋਬ ਤਾਂ ਤੁਸੀਂ ਹੁਣ ਆਪਣੇ ਬੇਸਿਕ ਨੀਡਸ ਪੂਰੀ ਕਰ ਸਕਦੇ ਹੋ, ਲੇਕਿਨ ਬਿਜ਼ਨਸ ਨਾਲ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਅੱਛਾ, ਕਿੰਨੇ ਕਿਲੋਮੀਟਰ ਰੋਜ਼ ਤੁਸੀਂ ਚਲਾਉਂਦੇ ਹੋ ਸਾਈਕਲ ਤੇ? ਕਦੋਂ ਸਵੇਰੇ ਤੁਸੀਂ ਨਿਕਲਦੇ ਹੋ ਤੇ ਮੈਨੇਜ ਕਿਵੇਂ ਕਰਦੇ ਹੋ ਕਿ ਜਿਵੇਂ ਤੁਸੀਂ ਨਾਲ ਪੜ੍ਹਾਈ ਵੀ ਕਰਦੇ ਹੋ, ਲੋਕਾਂ ਦੀ ਵੀ ਗੱਲ ਸੁਣਨੀ, ਫੋਨ ਵੀ ਅਟੈਂਡ ਕਰਨੇ, ਫਿਰ ਸਾਈਕਲ ਤੇ ਵੀ ਜਾਣਾ, ਸਾਰਾ ਕੰਮ ਮਤਲਬ ਕਿਵੇਂ ਮੈਨੇਜ ਕਰਦੇ ਹੋ ਸਾਰੀ ਚੀਜ਼ਾਂ? ਮੈਂ ਮੈਨੇਜ ਇਸ ਤਰ੍ਹਾਂ ਕਰਦਾ ਕਿ ਮੈਂ ਜਿਹੜਾ ਆਪਣਾ ਆਈਡੀਅਲ ਬਣਾਇਆ, ਉਹ ਤੁਹਾਨੂੰ ਪਤਾ ਹੈ ਮੈਂ ਐਲਨ ਮਸਕ ਨਾਮ ਸੁਣਿਆ ਹੀ ਹੋਗਾ, ਟੈਸਲਾ ਦੇ CEO, ਉਹ ਮੇਰੇ ਆਈਡਲ ਨੇ। ਜਿਵੇਂ ਕਿ ਤੁਹਾਨੂੰ ਰਿਸਰਚ ਦੇ ਵਿੱਚ ਵੀ ਪਤਾ ਲੱਗਿਆ ਹੋਗਾ ਕਿ ਉਹ ਆਪਣੇ ਕੰਮ ਦੇ ਮਤਲਬ ਇੰਨਾ ਸ਼ਿੱਦਤ ਨਾਲ ਕਰਦੇ ਨੇ, ਉਹ ਤਾਂ ਮਲਟੀ ਬਿਲੀਅਨਰ ਕਹਿੰਦੇ ਨੇ ਪੂਰੇ ਵਰਲਡ ਦਾ। ਕਦੇ ਕਦਾਈ ਤਾਂ ਇੰਨਾ ਕੰਮ ਦੇ ਵਿੱਚ ਲੀਨ ਹੋ ਜਾਂਦੇ ਨੇ ਕਿ ਆਪਣੇ ਆਫਿਸ ਦੇ ਵਿੱਚ ਹੀ ਸੋ ਜਾਂਦੇ ਨੇ। ਮੈਂ ਉਹਨਾਂ ਦੀ ਲਾਈਫ ਤੋਂ ਬਹੁਤ ਮੋਟੀਵੇਟ ਹੋਇਆ ਅਤੇ ਮੋਟੀਵੇਸ਼ਨ ਮਿਲੀ, ਅਤੇ ਮੈਂ ਸੋਚਿਆ ਕਿ ਹਾਂ ਬਈ ਮਲਟੀਟਾਸਕਿੰਗ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਨੌਜਵਾਨ ਹੋ ਅਤੇ ਮਲਟੀਟਾਸਕਿੰਗ ਹੀ ਨਹੀਂ ਕਰ ਪਾ ਰਹੇ, ਸਿੰਗਲ ਕੰਮ ਦੇ ਵਿੱਚ ਹੀ ਲੱਗੇ ਹੋਏ ਹੋ, ਤਾਂ ਫਿਰ ਤਾਂ ਬੇਕਾਰ ਹੋ ਜਾਊਗਾ, ਉਹ ਸਾਰਾ ਟਾਈਮ ਵੀ ਹੋ ਜਾਊਗਾ ਅਤੇ ਆਪਣਾ ਉਹ ਕੀਮਤੀ ਸਮਾਂ ਤਾਂ ਬੇਕਾਰ ਹੁੰਦਾ ਹੀ ਹੈ। ਫਿਰ ਮੈਂ ਦੇਖਿਆ ਕਿ ਇੱਕ ਕੰਮ ਤੋਂ ਫੜ ਕੇ ਕੀ ਲੈਣਾ, ਇੱਕ ਕੰਮ ਤੋਂ ਫੜ ਕੇ ਦੂਜੇ ਕੰਮ ਕਰੋ। ਔਨਲਾਈਨ ਅਰਨਿੰਗ ਦੇ ਨਾਲ ਨਾਲ ਮੈਂ ਫੂਡ ਡਿਲੀਵਰੀ ਵੀ ਕੀਤੀ, ਹੋਰ ਵੀ ਬਥੇਰੇ ਕੰਮ ਜੁਆਇਨ ਕੀਤੇ। ਇਸ ਤਰ੍ਹਾਂ ਮੈਂ ਉਹਨਾਂ ਤੋਂ ਬਹੁਤ ਇੰਸਪਾਇਰ ਹਾਂ। ਅੱਛਾ, ਜਿਵੇਂ ਤੁਸੀਂ ਸਾਈਕਲ ਚਲਾਉਂਦੇ ਹੋ, ਰੋਜ਼ ਲੋਕਾਂ ਦੇ ਘਰੇ ਤੁਸੀਂ ਜਾਂਦੇ ਹੋ, ਕਦੀ ਲੇਟ ਹੋ ਜਾਂਦੇ ਹੋਵੋਗੇ ਜਾਂ ਕੁਝ ਲੋਕ ਤੁਹਾਨੂੰ ਕਹਿੰਦੇ ਹੋਣੇ ਵੀ ਤੁਸੀਂ ਲੇਟ ਹੋ ਗਏ, ਕੋਈ ਇੱਦਾਂ ਦਾ ਕੋਈ ਹੋਇਆ ਤੁਹਾਡੇ ਨਾਲ ਕਦੇ? ਵੈਸੇ ਲੋਕ ਜਦ ਦੇਖਦੇ ਨੇ ਮੈਂ ਕਿ ਮੈਂ ਉੱਧਰੋਂ ਸਾਈਕਲ 'ਤੇ ਆ ਰਿਹਾ, ਤਾਂ ਫਿਰ ਉਹ ਕਹਿੰਦੇ ਨੇ, ਉਹ ਤਾਂ ਪਹਿਲੇ ਹੈਰਾਨ ਹੀ ਹੋ ਜਾਂਦੇ ਨੇ ਕਿ ਹਾਂ ਬਈ ਮੁੰਡਾ ਸਾਈਕਲ 'ਤੇ ਆ ਰਿਹਾ, ਕਿਉਂਕਿ ਸਾਈਕਲ 'ਤੇ ਡਿਲੀਵਰੀ ਅੱਜ ਦੇ ਟਾਈਮ 'ਚ ਰੇਅਰ ਹੋ ਗਈ ਹੈ। ਜਿਹੜਾ ਵੀ ਸੋਚਦਾ ਹੈ ਉਹ ਮੈਕਸਿਮਮ ਆਹੀ ਸੋਚਦਾ ਹੈ ਕਿ ਫੂਡ ਡਿਲੀਵਰੀ ਸਿਰਫ ਬਾਈਕਾਂ 'ਤੇ ਹੀ ਹੋ ਸਕਦੀ ਹੈ। ਫਿਰ ਮੈਨੂੰ ਪਤਾ ਸੀ ਕਿ ਹਾਂ ਬਈ ਸਾਈਕਲ ਦੀ ਵੀ ਆਪਸ਼ਨ ਹੋਊਗੀ, ਕਿਉਂਕਿ ਕਈ ਲੋਕ ਹੁੰਦੇ ਨੇ ਜਿਹੜੇ ਸਾਈਕਲ 'ਤੇ ਡਿਲੀਵਰੀ ਕਰਨਾ ਚਾਹੁੰਦੇ ਨੇ। ਫਿਰ ਮੈਨੂੰ ਪਤਾ ਸੀ ਕਿ ਮੈਂ ਸਾਈਕਲ 'ਤੇ ਕਰਨੀ ਹੈ, ਫਿਰ ਇਸ ਕਰਕੇ ਮੈਂ ਸਾਈਕਲ 'ਤੇ ਡਿਲੀਵਰੀ ਦਾ ਪਲੈਟਫਾਰਮ ਦੇਖਿਆ, ਤਾਂ ਫਿਰ ਸਾਈਕਲ 'ਤੇ ਡਿਲੀਵਰੀ ਕਰਦੇ ਕਰਦੇ ਉਹ ਲੋਕ ਵੀ ਮੈਨੂੰ ਕੌਨਫੀਡੈਂਸ ਦੇਣ ਲੱਗ ਗਏ, ਅੱਛਾ ਰਿਵਿਊ ਫੀਡਬੈਕ ਦਿੱਤਾ ਉਹਨਾਂ ਨੇ ਕਿ ਹਾਂ ਬਈ ਜਿਹੜਾ ਕੰਮ ਕਰ ਰਿਹਾ ਤੂੰ ਬਹੁਤ ਵਧੀਆ ਕਰ ਰਿਹਾ ਪੂਰੀ ਮਿਹਨਤ ਨਾਲ। ਉਹ ਮੈਨੂੰ ਟਿਪ ਵੀ ਦਿੰਦੇ ਸੀ ਕਿ ਅੱਛਾ ਰੇਟਿੰਗ ਵੀ ਦਿੰਦੇ ਸੀ, ਜਿਹੜਾ ਬਹੁਤ ਕੌਨਫੀਡੈਂਸ। ਮਤਲਬ ਨਾਲ ਜਿਵੇਂ ਬੋਡੀ ਫਿਟਨੈਸ ਵੀ ਤੁਹਾਡੀ ਰਹਿੰਦੀ ਸਾਈਕਲ ਚਲਾਉਣ ਨਾਲ, ਸਰੀਰ ਵੀ ਠੀਕ ਰਹਿੰਦਾ ਨਾਲ? ਸਰੀਰ ਤਾਂ ਬਿਲਕੁਲ ਫਿੱਟ ਐਂਡ ਫਾਈਨ ਰਹਿੰਦਾ ਹੈ। ਜਿਵੇਂ ਕਿ ਸਾਈਕਲ ਚਲਾਓਗੇ ਤੁਹਾਡੇ ਜਿਹੜੇ ਲੰਗਸ ਫੇਫੜੇ ਹੁੰਦੇ ਨੇ ਉਹ ਬਹੁਤ ਸਟਰੋਂਗ ਰਹਿੰਦੇ ਨੇ ਮੇਨ ਤੌਰ 'ਤੇ, ਕਿਉਂਕਿ ਮਤਲਬ ਲੰਗਸ ਦੀ ਕੋਈ ਬਿਮਾਰੀ ਨਹੀਂ ਹੋਊਗੀ ਤੁਹਾਨੂੰ ਕਦੇ ਵੀ, ਮਤਲਬ ਬਿਮਾਰੀ ਤਾਂ ਰੇਅਰ ਹੀ ਹੋ ਜਾਊਗੀ ਤੁਹਾਨੂੰ ਹੋਣਾ, ਮਤਲਬ ਇੱਕ ਤਰ੍ਹਾਂ ਦਾ ਸਰੀਰ ਹੀ ਤੁਹਾਡਾ ਲੋਹੇ ਦਾ ਬਣ ਜਾਊਗਾ।
ਜੇ ਤੁਸੀਂ ਮਤਲਬ ਮਿਹਨਤ ਵਾਲਾ ਕੰਮ ਕਰੋਗੇ। ਹੁਣ ਮਜ਼ਦੂਰਾਂ ਨੂੰ ਵੀ ਦੇਖ ਲਓ, ਮਜ਼ਦੂਰਾਂ ਨੂੰ ਬਹੁਤ ਘੱਟ ਬਿਮਾਰੀਆਂ ਹੁੰਦੀਆਂ ਕਿਉਂਕਿ ਉਹ ਆਪਣਾ ਸਾਰਾ ਦਿਨ ਮਿਹਨਤ ਦੇ ਵਿੱਚ ਲਾਉਂਦੇ ਨੇ। ਉਹਨਾਂ ਦੀ ਬੋਡੀ ਇਸ ਕਰਕੇ ਇਸ ਇਨਵਾਇਰਨਮੈਂਟ ਨੂੰ ਅਡੈਪਟ ਕਰ ਲੈਂਦੀ ਹੈ ਕਿ ਇਹ ਜਿੰਨੇ ਵੀ ਬਾਹਰ ਦੇ ਮਤਲਬ ਬਿਮਾਰੀਆਂ ਨੇ ਉਹਨਾਂ ਨੂੰ ਛੂ ਹੀ ਨਹੀਂ ਸਕਦੀ। ਇਸ ਕਰਕੇ ਮੈਂ ਉਹਨਾਂ ਤੋਂ ਵੀ ਇੰਸਪਾਇਰ ਹੋਇਆ ਕਿ ਹਾਂ ਬਈ ਜਦ ਇਹ ਲੋਕ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ, ਅਸੀਂ ਵੀ ਤਾਂ ਇਹ ਮਿਹਨਤ ਵਾਲਾ ਕੰਮ ਕਰ ਸਕਦੇ ਨੇ। ਇਹ 'ਚ ਕੋਈ ਮਤਲਬ ਡਿਸਰਿਸਪੈਕਟ ਦੀ ਗੱਲ ਹੈ ਹੀ ਨਹੀਂ, ਪੂਰਾ ਰਿਸਪੈਕਟਫੁਲ ਕੰਮ ਹੈ। ਸਾਰੇ ਅੱਛਾ ਫੀਡਬੈਕ ਵੀ ਦਿੰਦੇ ਨੇ, ਕੌਨਫੀਡੈਂਸ ਵੀ ਆਉਂਦਾ। ਅੱਛਾ, ਤੁਸੀਂ ਪੜ੍ਹਾਈ ਜਿਵੇਂ ਕਰ ਰਹੇ ਹੋ, ਨਾਲ ਨਾਲ ਕੰਮ ਵੀ ਕਰਦੇ ਹੋ, ਸੁਪਨਾ ਕੀ ਹੈ? ਜਿਵੇਂ ਅੱਗੇ ਕੀ ਬਣਨਾ ਚਾਹੁੰਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ? ਕੋਈ ਫਿਊਚਰ ਪਲੈਨਿੰਗ ਕੀ ਹੈਗੀ? ਅੱਗੇ ਮੇਰਾ ਫਿਊਚਰ ਪਲੈਨਿੰਗ ਆਹੀ ਹੈ ਕਿ ਮੈਂ ਇੱਕ ਬਹੁਤ ਵੱਡਾ ਫਾਰਮਾਸਿਸਟ ਬਣਾ ਅਤੇ ਆਪਣੀ ਇੱਕ ਬਿਜ਼ਨਸ ਇੰਡਸਟਰੀ ਖੋਲ੍ਹਾਂ ਫਾਰਮੇਸੀ ਦੀ। ਆਪਣੀ ਇੱਕ ਫਾਰਮਾਸਿਊਟੀਕਲ ਕੰਪਨੀ ਹੋਵੇ ਜਿਸ ਕਰਕੇ ਮੈਂ ਜਿਹਦੇ ਨਾਲ ਸਸਤੀਆਂ ਦਵਾਈਆਂ ਅਤੇ ਚੀਪ ਦਵਾਈਆਂ ਮੁਹੱਈਆ ਕਰਾਵਾਂ ਲੋਕਾਂ ਨੂੰ, ਕਿਉਂਕਿ ਅੱਜ ਕੱਲ੍ਹ ਦਵਾਈਆਂ ਦਾ ਵੀ ਰੇਟ ਬਹੁਤ ਜ਼ਿਆਦਾ ਹੋ ਗਿਆ, ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ। ਮਤਲਬ ਲੱਖਾਂ ਲੱਖਾਂ ਦਵਾਈਆਂ 'ਤੇ ਲਾ ਬੈਠੇ ਹੁੰਦੇ ਨੇ, ਲੇਕਿਨ ਮੈਂ ਉਹਨਾਂ ਨੂੰ ਮਤਲਬ ਫ੍ਰੀ ਜਾਂ ਫਿਰ ਅੱਧੇ ਰੇਟ 'ਤੇ ਦਵਾਈਆਂ ਮੁਹੱਈਆ ਕਰਾਵਾਂ। ਸੋ ਤੁਸੀਂ ਇਸ ਨੌਜਵਾਨ ਦੀ ਗੱਲਬਾਤ ਤਾਂ ਸੁਣ ਲਈ ਹੋਣੀ ਹੈ ਕਿ ਕਿਸ ਤਰ੍ਹਾਂ ਕਿ ਉਹ ਪੜ੍ਹਾਈ ਦੇ ਨਾਲ ਨਾਲ ਆਪਣਾ ਘਰ ਦਾ ਖਰਚਾ ਵੀ ਚਲਾਉਂਦਾ, ਆਪਣਾ ਵੀ ਖਰਚਾ ਚੱਕਦਾ ਆ, ਫੂਡ ਡਿਲੀਵਰੀ ਦਾ ਕੰਮ ਕਰਦਾ। ਇੱਦਾਂ ਦੇ ਨੌਜਵਾਨ ਹੀ ਬਾਕੀ ਨੌਜਵਾਨ ਲਈ ਪ੍ਰੇਰਨਾ ਬਣਦੇ ਨੇ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।